ਸੱਸ ਦੀਆਂ ਚਾਰ ਨੂੰਹਾਂ ਦੀ ਕਹਾਣੀ ਭਾਗ 1। ਰੋਮਾ, ਟੀਨਾ, ਮੀਨੂ ਅਤੇ ਰੀਤੂ ਚਾਰਾਂ ਦਾ ਵਿਆਹ ਇੱਕੋ ਹੀ ਘਰ ਵਿੱਚ ਹੋਇਆ। ਚਾਰੇ ਨੂੰਹਾਂ ਇੱਕੋ ਘਰ ਵਿੱਚ ਇਕੱਠੇ ਰਹਿੰਦੀਆਂ ਹਨ। ਚਾਰਾਂ ਦੀ ਸੱਸ ਸੁਸ਼ੀਲਾ ਜੀ ਬਹੁਤ ਹੀ ਸਮਝਦਾਰ ਤੇ ਸ਼ਾਂਤ ਸੁਭਾਅ ਦੀ ਔਰਤ ਸੀ। ਪਰ ਆਪਣੇ ਚਾਰ ਪੁੱਤਰਾਂ ਦੇ ਵਿਆਹ ਤੋਂ ਬਾਅਦ ਸੁਸ਼ੀਲਾ ਕੋਲ ਸਿਰਫ ਇੱਕ ਹੀ ਕੰਮ ਬਚਿਆ ਹੈ ਕਿ ਉਹ ਆਪਣੇ ਚਾਰਾਂ ਨੂੰਹਾਂ ਦਾ ਪਿਆਰ ਕਿਵੇਂ ਵਧਾਵੇ। ਇੱਕ ਦਿਨ ਸੁਸ਼ੀਲਾ ਦੀ ਭੈਣ ਉਸਦੇ ਘਰ ਆਈ। ਸੁਸ਼ੀਲਾ ਦੀ ਭੈਣ ਸੁਸ਼ੀਲਾ ਨੂੰ ਬਹੁਤ ਖੁਸ਼ਕਿਸਮਤ ਹੈ, ਤੇਰੀਆਂ ਚਾਰੇ ਨੂੰਹਾਂ ਬਹੁਤ ਸੋਹਣੀਆਂ ਹਨ ਤੇ ਤੇਰਾ ਬਹੁਤ ਖਿਆਲ ਰੱਖਦੀਆਂ ਹਨ। ਤੈਨੂੰ ਘਰ ਦੇ ਕੰਮ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਸੁਸ਼ੀਲਾ, ਓਏ ਭੈਣ, ਤੂੰ ਕਿੱਧਰ ਚਲੀ ਗਈ? ਮੈਨੂੰ ਤਾਂ ਹਰ ਵੇਲੇ ਚਿੰਤਾ ਹੁੰਦੀ ਹੈ ਕਿ ਕਿਤੇ ਇਹਨਾਂ ਚਾਰਾਂ ਵਿੱਚ ਲੜਾਈ ਨਾ ਹੋ ਜਾਏ। ਜਦੋਂ ਵੀ ਮੈਨੂੰ ਲੱਗਦਾ ਹੈ ਕਿ ਇਹਨਾਂ ਚਾਰਾਂ ਵਿਚਕਾਰ ਝਗੜਾ ਹੋਣ ਵਾਲਾ ਹੈ, ਮੈਂ ਇਸ ਮਾਮਲੇ ਨੂੰ ਸੰਭਾਲਦੀ ਹਾਂ। ਸੁਸ਼ੀਲਾ ਦੀ ਭੈਣ, ਇਹ ਸੱਚ ਹੈ ਸੁਸ਼ੀਲਾ, ਦੁਨੀਆ ਸਮਝਦੀ ਹੈ ਕਿ ਨੂੰਹ ਦੇ ਆਉਣ ਨਾਲ ਘਰ ਵਿੱਚ ਖੁਸ਼ੀਆਂ ਆਉਂਦੀਆਂ ਹੈ, ਪਰ ਇੱਕ ਸੱਚ ਇਹ ਵੀ ਹੈ ਕਿ ਨੂੰਹ ਦੇ ਆਉਣ ਨਾਲ ਸੱਸ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਸਹੁਰੇ ਘਰ ਵਿੱਚ ਹਰ ਵੇਲੇ ਇਹੀ ਸੋਚਦੇ ਰਹੇ ਕਿ ਲੜਾਈ ਨਾ ਹੋਵੇ। ਦੋਵੇਂ ਗੱਲਾਂ ਕਰ ਰਹੇ ਸਨ ਕਿ ਅਚਾਨਕ ਰੋਮਾ ਅਤੇ ਮੀਨੂ ਦੇ ਲੜਨ ਦੀ ਆਵਾਜ਼ ਆਈ। ਰੋਮਾ, ਮੈਂ ਇੱਕ ਵਾਰੀ ਮੋਪ ਕੀਤਾ ਹੈ, ਇਸ ਲਈ ਮੈਂ ਦੁਬਾਰਾ ਨਹੀਂ ਮੋਪਿੰਗ ਕਰਾਂਗੀ। ਮੀਨੂ, ਰੋਮਾ, ਤੁਹਾਨੂੰ ਦੁਬਾਰਾ ਮੋਪ ਕਰਨਾ ਪਏਗਾ। ਤੁਸੀਂ ਇੰਨਾ ਗੰਦਾ ਮੋਪ ਕੀਤਾ ਹੈ ਕਿ ਇਹ ਚਿਪਕਿਆ ਨਹੀਂ ਹੈ ਜਿਵੇਂ ਘਰ ਸਾਫ਼ ਕੀਤਾ ਗਿਆ ਹੈ। ਨੂੰਹ ਦੀ ਅਜਿਹੀ ਲੜਾਈ ਦੇਖ ਕੇ ਸੁਸ਼ੀਲਾ ਦੀ ਭੈਣ ਡਰ ਗਈ ਅਤੇ ਸੁਸ਼ੀਲਾ ਨੂੰ ਸਮਝਾਉਣ ਲੱਗੀ, ਤੇਰੀ ਨੂੰਹ ਕੰਮ ਘੱਟ ਕਰਦੀ ਹੈ ਤੇ ਲੜਾਈ ਜ਼ਿਆਦਾ। ਸੁਸ਼ੀਲਾ, ਤੁਹਾਨੂੰ ਉਹਨਾਂ ਦੀ ਲੜਾਈ ਨੂੰ ਰੋਕਣ ਲਈ ਕੋਈ ਨਾ ਕੋਈ ਰਸਤਾ ਲੱਭਣਾ ਪਏਗਾ। ਇਹ ਕਹਿ ਕੇ ਸੁਸ਼ੀਲਾ ਦੀ ਭੈਣ ਉੱਥੋਂ ਚਲੀ ਗਈ। ਹੁਣ ਸੁਸ਼ੀਲਾ ਦਿਨ ਰਾਤ ਸੋਚਦੀ ਰਹੀ ਕਿ ਉਹਨਾਂ ਨੂੰਹਾਂ ਦਾ ਪਿਆਰ ਕਿਵੇਂ ਵਧਾਇਆ ਜਾਵੇ। ਇਸ ਲਈ ਸੁਸ਼ੀਲਾ ਨੇ ਆਪਣੀਆਂ ਨੂੰਹਾਂ ਨੂੰ ਇਕੱਠਾ ਕਰਕੇ ਕਿਹਾ, ਤੁਸੀਂ ਚਾਰੇ ਦਿਨ ਭਰ ਆਪਸ ਵਿੱਚ ਲੜਦੇ ਰਹਿੰਦੇ ਹੋ। ਇਸ ਕਾਰਨ ਨਾ ਤਾਂ ਘਰ ਚੱਲ ਸਕਦਾ ਹੈ ਤੇ ਨਾ ਹੀ ਜ਼ਿੰਦਗੀ। ਇਸ ਲਈ ਅੱਜ ਤੁਸੀਂ ਸਾਰੇ ਮੈਨੂੰ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਹੈ। ਰੋਮਾ, ਮਾਂ, ਸਾਨੂੰ ਵੱਖਰਾ ਕਰ ਦਿਓ। ਸੁਸ਼ੀਲਾ, ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਤੁਹਾਡੇ ਚਾਰਾਂ ਦੇ ਵੱਖਰੇ ਘਰ ਬਣਾ ਸਕਾਂ। ਮੀਨੂ, ਮਾਂ, ਇਹ ਘਰ ਬਹੁਤ ਵੱਡਾ ਹੈ, ਤੁਸੀਂ ਇਸ ਤੇ 4 ਮੰਜ਼ਲਾ ਬਣਾ ਕੇ ਸਾਨੂੰ ਚਾਰਾਂ ਨੂੰ ਦੇ ਦਿਓ। ਸੁਸ਼ੀਲਾ, ਮੈਂ ਆਪਣੇ 4 ਪੁੱਤਰਾਂ ਨੂੰ ਬੜੇ ਹੀ ਪਿਆਰ ਨਾਲ ਪਾਲਿਆ ਹੈ, ਇਸ ਲਈ ਮੈਂ ਨਹੀਂ ਚਾਹੁੰਦੀ ਕਿ ਤੁਹਾਡੇ ਕਾਰਨ ਮੇਰੇ ਘਰ ਟੁੱਟੇ। ਮੇਰੇ ਚਾਰੇ ਪੁੱਤਰ ਵੱਖ-ਵੱਖ ਰਹਿਣ ਤੇ ਮੈਨੂੰ ਕੋਈ ਪਰਵਾਹ ਨਹੀਂ। ਮੇਰੇ ਚਾਰਾਂ ਵਿੱਚੋਂ ਕਿਸ ਦੇ ਨਾਲ ਰਹਾਂਗੀ। ਸੁਸ਼ੀਲਾ ਦੀਆਂ ਗੱਲਾਂ ਸੁਣ ਕੇ ਚਾਰੇ ਨੂੰਹਾਂ ਚੁੱਪ ਹੋ ਗਈਆਂ। ਚਾਰਾਂ ਵਿੱਚੋਂ ਕੋਈ ਵੀ ਸੁਸ਼ੀਲਾ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੀ ਸੀ। ਸੁਸ਼ੀਲਾ ਨੇ ਆਪਣੀਆਂ ਨੂੰਹਾਂ ਵੱਲ ਇੱਕ ਨਜ਼ਰ ਮਾਰ ਕੇ ਕਿਹਾ ਕਿ ਮੈਂ ਆਪਣੇ ਪੁੱਤਰ ਤੇ ਆਪਣੇ ਘਰ ਨੂੰ ਤੁਹਾਨੂੰ ਚਾਰਾਂ ਨੂੰ ਦੇ ਦਿੱਤਾ ਹੈ, ਪਰ ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੀ। ਇਹ ਕਹਿੰਦੇ ਹੋਏ ਸੁਸ਼ੀਲਾ ਦੀਆਂ ਅੱਖਾਂ ਵਿੱਚ ਹੰਝੂਆਂ ਨਾਲ ਭਰ ਗਈਆਂ ਤੇ ਉਸਨੇ ਚਾਰੇ ਨੂੰਹਾਂ ਨੂੰ ਕੰਮ ਵੰਡ ਦਿੱਤਾ ਤੇ ਕਿਹਾ, ਕੋਈ ਵੀ ਇੱਕ ਦੂਜੇ ਨਾਲ ਨਹੀਂ ਲੜੇਗਾ, ਪਰ ਉਸਦੀ ਨੂੰਹ ਕਿੱਥੇ ਮੰਨੇਗੀ। ਹੁਣ 4 ਨੂੰਹਾਂ ਨੇ ਇੱਕ ਟੀਮ ਬਣਾਈ। ਇੱਕ ਟੀਮ ਵਿੱਚ ਰੋਮਾ ਅਤੇ ਮੀਨੂ ਤੇ ਦੂਜੀ ਟੀਮ ਵਿੱਚ ਰੀਤੂ ਅਤੇ ਟੀਨਾ ਸਨ। ਚਾਰੇ ਇੱਕ ਦੂਜੇ ਨਾਲ ਨਹੀਂ ਲੜਦੇ, ਸਗੋਂ ਇੱਕ ਦੂਜੇ ਬਾਰੇ ਗੱਪਾਂ ਮਾਰਨ ਲੱਗੇ। ਇੱਕ ਦਿਨ ਟੀਨਾ ਅਤੇ ਰੀਤੂ ਨੇ ਆਪਣੀ ਸੱਸ ਨੂੰ ਦੱਸਿਆ, ਟੀਨਾ, ਮਾਂ, ਕੀ ਤੁਹਾਨੂੰ ਪਤਾ ਹੈ ਕਿ ਰੋਮਾ 12 ਵਜੇ ਤੋਂ ਸੁੱਤੀ ਪਈ ਹੈ ਤੇ ਅੱਜ ਉਸਨੇ ਸਿਰਫ ਘਰ ਵਿੱਚ ਝਾੜੂ ਹੀ ਮਾਰਿਆ ਹੈ, ਮੋਪਿੰਗ ਵੀ ਨਹੀਂ ਕੀਤੀ ਹੈ। ਰੀਤੂ, ਹਾਂ ਮਾਂ, ਸਾਨੂੰ ਲੜਨ ਤੋਂ ਮਨਾ ਕੀਤਾ ਹੈ, ਇਸ ਲਈ ਮੈਂ ਮੀਨੂ ਨੂੰ ਕੁਝ ਨਹੀਂ ਕਿਹਾ। ਉਹ ਅੱਜ ਬਾਜ਼ਾਰ ਗਈ ਤੇ ਆਪਣੇ ਲਈ 3 ਸਾੜੀਆਂ ਲੈ ਕੇ ਆਈ। ਉਹ ਆਪਣੇ ਲਈ 3 ਸਾੜੀਆਂ ਲਿਆਈ ਹੈ ਤੇ ਤੁਹਾਡੇ ਲਈ ਇੱਕ ਵੀ ਸਾੜੀ ਨਹੀਂ ਲਿਆਈ। ਰੀਤੂ ਅਤੇ ਟੀਨਾ ਆਪਣੀ ਸੱਸ ਨਾਲ ਗੱਪਾਂ ਮਾਰ ਕੇ ਚਲੇ ਗਏ। ਹੁਣ ਮੀਨੂ ਅਤੇ ਰੋਮਾ ਦੀ ਵਾਰੀ ਸੀ। ਮੀਨੂ, ਮਾਂ, ਤੁਸੀਂ ਰੀਤੂ ਨੂੰ ਆਪਣੇ ਸਿਰ ਤੇ ਚੜਾ ਰੱਖਿਆ ਹੈ, ਉਹ ਹਮੇਸ਼ਾ ਰੋਟੀਆਂ ਸਾੜਦੀ ਹੈ। ਤੁਹਾਡੇ ਪੁੱਤਰ ਵੀ ਕਹਿ ਰਹੇ ਸਨ ਕਿ ਰੀਤੂ ਦੀਆਂ ਬਣੀਆਂ ਰੋਟੀਆਂ ਚੰਗੀਆਂ ਨਹੀਂ ਹੁੰਦੀਆਂ। ਰੋਮਾ, ਤੇ ਮਾਂ, ਕੱਲ ਟੀਨਾ ਨੇ ਸਾਰਿਆਂ ਦੇ ਕੱਪੜੇ ਧੋਤੇ ਪਰ ਮੇਰੇ ਨਹੀਂ ਧੋਤੇ। ਜੇ ਮੈਂ ਖਾਣਾ ਬਣਾਉਂਦੀ ਹਾਂ ਤੇ ਮੈਂ ਸਾਰਿਆਂ ਲਈ ਬਣਾਉਂਦੀ ਹਾਂ, ਤੇ ਜੇ ਮੈਂ ਕਿਸੇ ਦਿਨ ਉਸ ਲਈ ਨਾ ਪਕਾਵਾਂ ਤਾਂ ਉਸਨੂੰ ਕਿਵੇਂ ਮਹਿਸੂਸ ਕਰੇਗੀ। ਸੁਸ਼ੀਲਾ ਸਭ ਦੀ ਨੂੰਹ ਦੀਆਂ ਗੱਲਾਂ ਸੁਣਦੀ ਰਹੀ ਤੇ ਸਿਰ ਫੜ ਕੇ ਬੈਠ ਜਾਂਦੀ ਹੈ। ਦਿਨ ਇਵੇਂ ਹੀ ਬੀਤ ਰਹੇ ਸਨ। ਜਦੋਂ ਨੂੰਹ ਨੂੰ ਲੱਗਾ ਕਿ ਸਾਡੀ ਸੱਸ ਨੂੰ ਘਰ ਨਹੀਂ ਦੇਵੇਗੀ ਤਾਂ ਚਾਰੇ ਨੂੰਹਾਂ ਨੇ ਆਪਣੇ ਪਤੀ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਉਹਨਾਂ ਦੇ ਪਤੀ ਕੰਮ ਤੋਂ ਘਰ ਵਾਪਸ ਆਏ ਤੇ ਚਾਰੇ ਨੂੰਹਾਂ ਨੇ ਗੱਪਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਦਿਨ ਜਦੋਂ ਉਸਦੇ ਪਤੀ ਘਰ ਆਏ ਤਾਂ ਰੋਮਾ ਨੇ ਕਿਹਾ, ਰੋਮਾ ਸੁਣੋ, ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ। ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਹਾਂ ਤੇ ਫਿਰ ਵੀ ਤੇਰੀ ਮਾਂ, ਤੇਰੀ ਭਰਜਾਈ ਦੇ ਤਾਨੇ ਸੁਣਦੀ ਹਾਂ। ਰੋਮਾ ਦਾ ਪਤੀ, ਮੈਂ ਵੀ ਨਿੱਤ ਦੇ ਝਗੜਿਆਂ ਤੋਂ ਤੰਗ ਆ ਗਿਆ ਹਾਂ, ਘੱਟੋ ਘੱਟ ਅੱਜ ਤਾਂ ਫੈਸਲਾ ਕਰ ਹੀ ਲੈਣਾ ਚਾਹੀਦਾ ਹੈ। ਦੂਜੇ ਪਾਸੇ ਮੀਨੂ ਵੀ ਆਪਣੇ ਪਤੀ ਨੂੰ ਦੱਸਦੀ ਹੈ, ਮੀਨੂ, ਸੁਣੋ, ਅਸੀਂ ਕਦੋਂ ਤੱਕ ਤੁਹਾਡੇ ਪਰਿਵਾਰ ਦੇ ਮੈਂਬਰਾਂ ਨਾਲ ਪਿਸਦੇ ਰਹਾਂਗੇ। ਬੱਚੇ ਵੱਡੇ ਹੋ ਰਹੇ ਹਨ, ਉਹਨਾਂ ਦੇ ਭਵਿੱਖ ਬਾਰੇ ਵੀ ਸਾਨੂੰ ਸੋਚਣਾ ਹੈ। ਤੁਸੀਂ ਘਰ ਦਾ ਸਾਰਾ ਖਰਚਾ ਚਲਾਉਂਦੇ ਹੋ ਤੇ ਮੈਂ ਘਰ ਦੇ ਕੰਮ ਵਿੱਚ ਰੁੱਝੀ ਰਹਿੰਦੀ ਹਾਂ। ਮਾਂ ਨੂੰ ਕਹੋ ਕਿ ਇਹ ਘਰ ਢਾਹ ਕੇ ਫਲੈਟ ਬਣਾ ਦਿਓ, ਅਸੀਂ ਆਰਾਮ ਨਾਲ ਰਹਾਂਗੇ। ਮੀਨੂ ਦਾ ਪਤੀ, ਤੁਸੀਂ ਠੀਕ ਕਹਿ ਰਹੇ ਹੋ, ਅੱਜ ਮੈਂ ਇਸ ਬਾਰੇ ਮਾਂ ਨਾਲ ਗੱਲ ਕਰਾਂਗਾ, ਆਖਰਕਾਰ ਸਾਡੀ ਨਿੱਜੀ ਜ਼ਿੰਦਗੀ ਵੀ ਹੈ।
ਸੁਸ਼ੀਲਾ ਦੇ ਪੁੱਤਰ ਉਸ ਨਾਲ ਗੱਲ ਕਰਨ ਲਈ ਆਏ। ਉਸਦੇ ਪਿੱਛੇ ਉਸਦੀ ਨੂੰਹ ਵੀ ਆਈ। ਪੁੱਤਰ, ਮਾਂ ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਬਾਹਰ ਆ ਜਾਓ। ਸੁਸ਼ੀਲਾ ਕਮਰੇ ਤੋਂ ਬਾਹਰ ਆ ਗਈ। ਪੁੱਤਰ, ਮਾਂ ਘਰ ਢਾਹ ਕੇ ਫਲੈਟ ਬਣਾ ਦਿਓ। ਕੀ ਸਾਰੇ ਇਕੱਠੇ ਨਹੀਂ ਰਹਿ ਸਕਦੇ? ਦੂਜਾ ਪੁੱਤਰ, ਹਾਂ ਮਾਂ, ਸਾਨੂੰ ਸਾਰਿਆਂ ਨੂੰ ਇੱਕ ਇੱਕ ਕਮਰਾ ਮਿਲਿਆ ਹੈ। ਸਾਡੇ ਬੱਚੇ ਵੱਡੇ ਹੋਏ ਹਨ, ਸਾਨੂੰ ਉਹਨਾਂ ਨੂੰ ਵੀ ਆਪਣੇ ਲਈ ਵੱਖਰੇ ਕਮਰੇ ਦੀ ਜ਼ਰੂਰਤ ਹੈ ਅਤੇ ਨਾ ਹੀ ਤੁਹਾਡੀਆਂ ਨੂੰਹਾਂ 24 ਘੰਟੇ ਲੜਾਈ ਨਹੀਂ ਹੋਵੇਗੀ। ਅਲੱਗ ਰਹਿਣ ਨਾਲ ਤੁਹਾਨੂੰ ਵੀ ਸ਼ਾਂਤੀ ਮਿਲੇਗੀ ਤੇ ਸਾਨੂੰ ਵੀ। ਮਾਂ, ਠੀਕ ਹੈ, ਤੁਹਾਡੀ ਪਤਨੀ ਮੈਨੂੰ ਇਹ ਘਰ ਢਾਉਣ ਲਈ ਨਹੀਂ ਮਨਾ ਸਕੀਆਂ ਤਾਂ ਇਸ ਲਈ ਉਹਨਾਂ ਨੇ ਮੇਰੇ ਪੁੱਤਰਾਂ ਨੂੰ ਉਕਸਾਇਆ। ਮੈਂ ਇਸ ਘਰ ਨੂੰ ਢਾਉਣਾ ਨਹੀਂ ਚਾਹੁੰਦੀ। ਤੁਹਾਡੇ ਪਿਤਾ ਦੀਆਂ ਯਾਦਾਂ ਇਸ ਘਰ ਵਿੱਚ ਹਨ। ਤੁਹਾਡਾ ਬਚਪਨ ਬੀਤਿਆ ਹੈ ਤੇ ਤੁਸੀਂ ਚਾਰੋਂ ਜਣੇ ਆਪਣੀਆਂ ਪਤਨੀਆਂ ਨੂੰ ਮਨਾਉਣ ਦੀ ਬਜਾਏ ਮੈਨੂੰ ਇਹ ਘਰ ਢਾਉਣ ਲਈ ਕਹਿ ਰਹੇ ਹੋ। ਸੁਸ਼ੀਲਾ ਨੇ ਆਪਣੇ ਬੇਟੇ ਅਤੇ ਨੂੰਹਾਂ ਨੂੰ ਬਹੁਤ ਸਮਝਾਇਆ ਪਰ ਕੋਈ ਨਾ ਮੰਨਿਆ ਅਤੇ ਮਜਬੂਰੀ ਵਿੱਚ ਸੁਸ਼ੀਲਾ ਨੂੰ ਆਪਣਾ ਘਰ ਢਾਉਣਾ ਪਿਆ। ਜਿਵੇਂ ਜਿਵੇਂ ਹਥੌੜਾ ਕੰਧਾਂ ਨਾਲ ਟਕਰਾ ਰਿਹਾ ਸੀ, ਸੁਸ਼ੀਲਾ ਆਪਣੇ ਦਿਲ ਤੇ ਲੱਗੀ ਸੱਟ ਮਹਿਸੂਸ ਕਰ ਰਹੀ ਸੀ। ਹੁਣ ਕੁਝ ਦਿਨਾਂ ਬਾਅਦ ਉਸ ਘਰ ਵਿੱਚ ਇੱਕ ਆਲੀਸ਼ਾਨ ਇਮਾਰਤ ਖੜੀ ਹੋ ਗਈ। ਸੁਸ਼ੀਲਾ ਆਪਣੇ ਚਾਰੇ ਪੁੱਤਰਾਂ ਅਤੇ ਨੂੰਹਾਂ ਨੂੰ ਬੁਲਾ ਕੇ ਕਿਹਾ, ਸੁਸ਼ੀਲਾ, ਤੁਹਾਡੇ ਚਾਰੇ ਫਲੈਟ ਤਿਆਰ ਹਨ। ਹੁਣ ਤੁਸੀਂ ਸਾਰੇ ਆਰਾਮ ਨਾਲ ਰਹਿ ਸਕਦੇ ਹੋ। ਤੁਸੀਂ ਆਪਣੇ ਪਰਿਵਾਰ ਨਾਲ ਖੁਸ਼ ਰਹੋਗੇ ਪਰ ਮੇਰਾ ਪਰਿਵਾਰ ਤੁਹਾਡਾ ਸਭ ਦਾ ਹੈ। ਮੈਂ ਤੁਹਾਨੂੰ ਵੱਖਰਾ ਜਾਂਦੇ ਦੇਖ ਕੇ ਕਿੰਨਾ ਦੁਖੀ ਹਾਂ। ਮੈਂ ਕਿਵੇਂ ਦੱਸਾਂ? ਬੇਟਾ, ਮਾਂ, ਤੁਸੀਂ ਕਿੱਥੇ ਰਹੋਗੇ? ਮਤਲਬ ਤੁਸੀਂ ਸਾਡੇ ਵਿੱਚੋਂ ਕਿਸ ਦੇ ਨਾਲ ਰਹੋਗੇ? ਸੁਸ਼ੀਲਾ, ਬੇਟਾ ਚਿੰਤਾ ਨਾ ਕਰ, ਤੇਰੀ ਬੁੱਢੀ ਮਾਂ ਕਿਸੇ ਤੇ ਬੋਝ ਨਹੀਂ ਬਣੇਗੀ। ਮੈਨੂੰ ਪੈਨਸ਼ਨ ਮਿਲਦੀ ਹੈ, ਮੈਂ ਇਸ ਨਾਲ ਗੁਜ਼ਾਰਾ ਕਰ ਲਵਾਂਗੀ। ਜੇ ਤੁਸੀਂ ਚਾਰੇ ਇੱਕ ਫਲੈਟ ਵਿੱਚ ਰਹੋ ਤਾਂ ਇਹ ਹੇਠਲਾ ਹਿੱਸਾ ਮੈਂ ਰਹਿ ਲਵਾਂਗੀ ਤੇ ਉੱਥੇ ਹੀ ਰਹਿ ਲਵਾਂਗੀ। ਚਾਰੇ ਪੁੱਤਰ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਲੈ ਕੇ ਚਲੇ ਗਏ ਅਤੇ ਆਰਾਮ ਨਾਲ ਰਹਿਣ ਲੱਗ ਪਏ। ਸੁਸ਼ੀਲਾ ਸਾਰਾ ਦਿਨ ਇੱਥੇ ਰਹਿ ਕੇ ਸੋਚਦੀ ਸੀ ਕਿ ਮੇਰੀਆਂ ਨੂੰਹਾਂ ਨੇ ਮੇਰੇ ਚਾਰੇ ਪੁੱਤਰ ਮੇਰੇ ਤੋਂ ਖੋਹ ਲਏ। ਉਹਨਾਂ ਵਿੱਚੋਂ ਕੋਈ ਵੀ ਮੇਰੇ ਕੋਲ ਨਹੀਂ ਆਉਂਦਾ। ਪਰ ਸਾਰਾ ਦਿਨ ਇੱਕੋ ਜਿਹੇ ਨਹੀਂ ਹੁੰਦੇ। ਕੱਲ੍ਹ ਨੂੰ ਮੇਰੀਆਂ ਨੂੰਹਾਂ ਨੇ ਮੇਰੀ ਥਾਂ ਤੇ ਫਿਰ ਮੈਂ ਦੇਖਾਂਗੀ।